ਕੀ ਹਾਲ ਆ ਜੀ ਸਾਰਿਆਂ ਦਾ। ਮੈਂ ਤੁਹਾਡਾ ਆਪਣਾ ਦੋਸਤ ਫਿਟਨੈਸ ਗੁਰੂ ਭੱਟੀ। ਅੱਜ ਦੀ ਵੀਡੀਓ ਮੈਂ ਫਿਟਨੈਸ ਉੱਪਰ ਲੈ ਕੇ ਆਇਆ। ਜਦੋਂ ਅਸੀਂ ਫਿਟਨੈਸ ਦਾ ਨਾਮ ਲੈਂਦੇ ਨਾ ਤਾਂ ਬਹੁਤ ਲੋਕੀ ਕਨਫਿਊਜ਼ ਹੋ ਜਾਂਦੇ ਆ ਕਿ ਫਿਟਨੈਸ ਹੈ ਕੀ ਆ। ਕਈ ਲੋਕ ਚਾਹੁੰਦੇ ਆ ਕਿ ਫਿਟਨੈਸ ਸਿਰਫ ਪਤਲਾ ਹੋਣਾ ਆ, ਕਈ ਲੋਕੀ ਚਾਹੁੰਦੇ ਆ ਕਿ ਸਾਡਾ ਸਿਰਫ ਭਾਰ ਨਾ ਵਧੇ, ਕਈ ਲੋਕੀ ਚਾਹੁੰਦੇ ਆ ਮਸਲ ਟੋਨਿੰਗ। ਹਰ ਬੰਦੇ ਦੇ ਆਪਣੀ ਡਿਮਾਂਡ ਅਕੋਰਡਿੰਗ ਟੂ ਗੋਲ। ਹੁਣ ਜੇ ਆਪਾਂ ਇੱਕ ਜਿਮ ਦੀ ਗੱਲ ਕਰਦੇ ਹਾਂ, ਜਿਮ ਦੇ ਵਿੱਚ ਫਿਟਨੈਸ ਲੈਵਲ ਅਲੱਗ ਲੈਵਲ ਤੇ ਹੁੰਦਾ ਆ। ਹਰ ਕੋਈ ਬੰਦਾ ਜਿਮ ਦੇ ਵਿੱਚ 50 to 70% ਇਹੀ ਚਾਹੁੰਦਾ ਕਿ ਸਾਡਾ ਮਸਲ ਗੇਨ ਹੋਵੇ। ਹੁਣ ਮਸਲ ਗੇਨ ਕਰਨ ਵਾਸਤੇ ਲੋਕੀ YouTube ਤੇ ਸਰਚ ਮਾਰਦੇ ਆ, ਨੈੱਟ ਤੇ ਜਾਂਦੇ ਆ, ਸਾਰੇ ਪਾਸੇ ਦੇਖਦੇ ਆ। ਹੁਣ ਬਹੁਤ ਸਰਚਾਂ ਤੋਂ ਮਾਰਨ ਤੋਂ ਬਾਅਦ ਲੋਕੀ ਇਹ ਦੇਖਦੇ ਆ ਕਿ ਸਾਨੂੰ ਇਹ ਟ੍ਰੇਨਿੰਗ ਲਿਖੀ ਗਈ ਹੈ, ਅਸੀਂ ਇਹ ਟ੍ਰੇਨਿੰਗ ਕਰ ਲੈਂਦੇ, ਇਹ ਟ੍ਰੇਨਿੰਗ ਲਿਖੀ ਗਈ ਹੈ, ਇਹ ਟ੍ਰੇਨਿੰਗ ਕਰ ਲੈਂਦੇ ਆ। ਪਰ ਪਲੀਜ਼ ਅੰਡਰਸਟੈਂਡ, ਇਹਨੂੰ ਅੰਡਰਸਟੈਂਡ ਕਰੋ ਕਿ ਇੱਕ ਟ੍ਰੇਨਿੰਗ ਜ਼ਿਆਦਾ ਦੇਰ ਤੱਕ ਬੋਡੀ 'ਚ ਕੰਟੀਨਿਊ ਰੱਖਣ ਦੇ ਨਾਲ ਬੋਡੀ ਉਹਨੂੰ ਅਡੈਪਟ ਕਰ ਲੈਂਦੀ ਹੈ ਟ੍ਰੇਨਿੰਗ ਨੂੰ, ਤਾਂ ਉਸ ਤੋਂ ਬਾਅਦ ਉਹਦਾ ਰਿਜ਼ਲਟ ਆਉਣਾ ਬੰਦ ਹੋ ਜਾਂਦਾ। ਬੰਦ ਇਨ ਦਾ ਸੈਂਸ ਬਹੁਤ ਹੀ ਸਲੋ ਹੋ ਜਾਂਦਾ। ਤੁਸੀਂ ਫੈਡ ਅਪ ਹੋ ਜਾਣਾ ਕਿ ਸਾਨੂੰ ਰਿਜ਼ਲਟ ਆ ਹੀ ਨਹੀਂ ਰਿਹਾ। ਹੁਣ ਮਾਰਕੀਟਿੰਗ ਮੈਗਜ਼ੀਨ, ਸਭ ਕੁਝ ਮੈਗਜ਼ੀਨ, ਅਸੀਂ ਤੁਹਾਨੂੰ ਇਹ ਕਰ ਦਾਂਗੇ, ਅਸੀਂ ਤੁਹਾਨੂੰ ਇਹ ਕਰ ਦਾਂਗੇ, ਇਹ ਸਿਰਫ ਟੈਕਨੀਕ ਹੁੰਦੀ ਹੈ, ਸਿਰਫ ਪੈਸਾ ਕਮਾਉਣ ਵਾਸਤੇ ਤੇ ਬੰਦੇ ਨੂੰ ਆਪਣੇ ਵੱਲ ਖਿੱਚਣ ਵਾਸਤੇ। ਹੁਣ ਜੇ ਅਸੀਂ ਮਸਲ ਗੇਨਿੰਗ ਦੀ ਗੱਲ ਕਰੀਏ, ਫਾਸਟ ਫੈਟ ਬਰਨਿੰਗ ਦੀ ਗੱਲ ਕਰੀਏ, ਆਪਾਂ ਸਾਰੀ ਚੀਜ਼ਾਂ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਬਹੁਤ ਸਾਰੀ ਟ੍ਰੇਨਿੰਗ ਸ਼ਾਮਿਲ ਹੋ ਜਾਂਦੀ ਹੈ। ਹੁਣ ਆਪਾਂ ਜਿਹੜੀ ਅੱਜ ਦੀ ਟ੍ਰੇਨਿੰਗ ਦੀ ਗੱਲ ਕਰਨ ਲੱਗੇ, ਅੱਜ ਟ੍ਰੇਨਿੰਗ ਦੀ ਗੱਲ ਕਰਨ ਲੱਗੇ ਜਰਮਨ ਵੋਲਿਊਮ ਟ੍ਰੇਨਿੰਗ। ਹੁਣ ਜਰਮਨ ਵੋਲਿਊਮ ਟ੍ਰੇਨਿੰਗ ਹੈ ਕੀ ਹੈ? ਜਰਮਨ ਵੋਲਿਊਮ ਟ੍ਰੇਨਿੰਗ ਇਹ ਜਰਮਨੀ ਤੋਂ ਬਣਾਈ ਗਈ ਸੀਗੀ, ਠੀਕ ਹੈ। ਇਹ 70s ਦੇ ਵਿੱਚ ਉਹਨਾਂ ਦਾ ਇੱਕ ਵੇਟ ਲਿਫਟਰ ਸੀਗਾ ਬਹੁਤ ਤਗੜਾ, ਠੀਕ ਆ। ਜਿਹੜੇ ਵੇਟ ਲਿਫਟਰ ਕਰਦੇ, ਹੈਵੀ ਜਿਹੜੇ ਚੱਕਦੇ ਹੁੰਦੇ, ਉਹਨੂੰ ਕਹਿੰਦੇ ਵੇਟ ਲਿਫਟਰ, ਉਹਨਾਂ ਨੇ ਬਣਾਈ ਸੀਗੀ। ਜਰਮਨ ਵੋਲਿਊਮ ਟ੍ਰੇਨਿੰਗ ਹੈ ਕੀ ਹੈ? ਜਰਮਨ ਵੋਲਿਊਮ ਟ੍ਰੇਨਿੰਗ 10 ਰੈਪ 10 ਸੈੱਟ ਇਹਨੂੰ ਕਹਿੰਦੇ ਆ। ਜਾਂ ਤਾਂ ਤੁਸੀਂ ਸਾਰੇ ਕੀ ਕਰਦੇ ਹੋ, 3 ਸੈੱਟ ਨਾਰਮਲ ਟ੍ਰੇਨਿੰਗ ਹੀ ਲਾਉਂਦੇ ਹੋ, ਜਿਹਦੇ ਨਾਲ ਬੋਡੀ ਤੁਹਾਡੀ ਐਕਸਰਸਾਈਜ਼ ਨੂੰ ਅਡਾਪਟ ਕਰ ਲੈਂਦੀ ਹੈ, ਤਾਂ ਅੱਗੇ ਨਹੀਂ ਜਾ ਪਾਉਂਦੀ। ਹੁਣ ਜਰਮਨ ਵੋਲਿਊਮ ਟ੍ਰੇਨਿੰਗ ਦਾ ਕੀ ਫਾਇਦਾ ਹੈ? ਜਦੋਂ ਤੁਸੀਂ ਇੱਕ ਸੈੱਟ, ਮਤਲਬ ਜੇ ਕੋਈ 100 ਕਿਲੋ ਲਾਉਂਦਾ ਪਿਆ, ਉਹਨੇ 70 ਕਿਲੋ ਪਾਉਣਾ, 70 ਕਿਲੋ ਵਾਲਾ 45 kg ਪਾਏਗਾ। ਤੁਸੀਂ ਇਹਦੇ ਇਨ ਬਿਟਵੀਨ 20 to 50 ਸੈਕਿੰਡ ਦੀ ਰੈਸਟ ਲੈਣੀ ਹੈ। 2 ਜਾਣੇ ਹੋ ਜਾਣਗੇ, ਲਗਾਇਆ 10 ਰੈਪ, ਨਾਲ ਹੀ ਖੜਾ ਹੋ ਗਿਆ, ਨਾਲ ਹੀ ਦੂਸਰਾ ਆਇਆ, ਲਗਾਇਆ 10 ਰੈਪ, ਇਹਦਾ 10 ਮਲਟੀਪਲਾਈ ਬਾਈ 10 ਕਰਨਾ ਵਿਦਾਊਟ ਜ਼ਿਆਦਾ ਲੰਬੀ ਰੈਸਟ ਤੋਂ। ਹੁਣ ਜਦੋਂ ਆਪਣੀ ਬੋਡੀ ਵਿੱਚ ਜ਼ਿਆਦਾ ਲੰਬੀ ਰੈਸਟ ਨਹੀਂ ਹੁੰਦੀ ਤਾਂ ਆਪਣੀ ਬੋਡੀ ਦੇ ਜਿਹੜੇ ਫਾਈਬਰ ਨਹੀਂ ਯੂਜ਼ ਹੁੰਦੇ, ਮਸਲ ਫਾਈਬਰ, ਉਹਨੂੰ ਵੀ ਜ਼ਬਰਦਸਤੀ ਐਕਟੀਵੇਟ ਹੋਣਾ ਪੈਂਦਾ, ਕਿਉਂਕਿ ਆਪਣੇ ਮਸਲ ਦਾ ਵੋਲੀਅਮ ਹੀ ਇੰਨਾ ਵੱਧ ਜਾਂਦਾ ਆ, ਜਿਹਦੇ ਕਰਕੇ ਆਟੋਮੈਟਿਕਲੀ ਮਸਲ ਨੂੰ ਹੋਰ ਕੋਈ ਚਾਂਸ ਹੀ ਨਹੀਂ ਲੱਗਦਾ ਕਿ ਅਸੀਂ ਐਕਟੀਵੇਟ ਹੋਣਾ ਵਾ, ਜਿਹਦੇ ਕਰਕੇ ਤੁਹਾਡਾ ਮਸਲ ਗਰੋ ਹੁੰਦਾ ਹੈ। ਇਹਦਾ ਫਾਇਦਾ ਕੀ ਹੈ? ਇਹਦਾ ਫਾਇਦਾ ਇਹ ਹੈ ਕਿ ਤੁਹਾਡੀ ਫਾਸਟ ਪ੍ਰੋਸੈਸ ਬਰਨ ਹੋਊਗਾ ਫੈਟ, ਉਸ ਤੋਂ ਬਾਅਦ 'ਚ ਤੁਹਾਡੀ ਸਟਰੈਂਥ ਵਧੇਗੀ। ਜਦ ਇੱਕ ਲੋਡ ਹੀ ਇੰਨਾ ਆ ਗਿਆ ਮਸਲ ਦੇ ਉੱਤੇ ਤਾਂ ਉਹਨੇ ਆਟੋਮੈਟਿਕਲੀ ਰਿਜ਼ਲਟ ਦੇਣਾ ਹੀ ਦੇਣਾ ਹੈ। 70s ਤੋਂ ਬਾਅਦ ਇਹ ਟ੍ਰੇਨਿੰਗ ਦਾ ਕਿਸੇ ਨੂੰ ਨਹੀਂ ਪਤਾ ਸੀ। ਫਿਰ 90s ਦੇ ਵਿੱਚ ਕੈਨੇਡਾ ਦਾ ਸਟਰੈਂਥ ਕੋਚ ਹੈ ਚਾਰਲਸ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਇੱਕ ਮਸਲ ਮੇਨੀਆ 2000 ਮੈਗਜ਼ੀਨ ਸੀਗੀ, ਸਾਰਾ ਕੁਝ ਸਰਚ ਮਾਰ ਕੇ ਉੱਥੇ ਜਰਮਨ ਵੋਲਿਊਮ ਟ੍ਰੇਨਿੰਗ ਨੂੰ ਕੱਢਿਆ ਗਿਆ। ਹੁਣ ਉਹਨਾਂ ਨੇ ਆਪਣੇ ਪ੍ਰੋਫੈਸ਼ਨਲ ਬੋਡੀ ਬਿਲਡਰ, ਆਪਣੇ ਵੇਟ ਲਿਫਟਰ, ਪ੍ਰੋਫੈਸ਼ਨਲ ਬੋਡੀ ਬਿਲਡਰ ਜਿਹੜੇ ਪ੍ਰੋਫੈਸ਼ਨਲ ਆ, ਉਹਨਾਂ ਨੂੰ ਇਹ ਟ੍ਰੇਨਿੰਗ ਕਰਾਈ। ਉਹਨਾਂ ਵਿੱਚ ਵੀ ਕੀ ਦੇਖਿਆ ਗਿਆ? 4 ਤੋਂ 12 ਹਫ਼ਤੇ ਦੇ ਵਿੱਚ ਉਹਨਾਂ ਦਾ 6 ਤੋਂ ਲੈ ਕੇ 8 ਪਾਉਂਡ, ਤੁਹਾਡੀ ਭਾਸ਼ਾ ਵਿੱਚ 2 ਤੋਂ ਲੈ ਕੇ 5 ਕਿਲੋ 6 ਕਿਲੋ ਜਿੰਨਾ ਤੁਸੀਂ ਟ੍ਰੇਨ ਹਾਰਡ ਕਰਦੇ ਹੋ, ਉਹਨਾਂ ਦਾ ਮਸਲ ਮਾਸ ਤੇ ਵੇਟ ਨਹੀਂ ਗੇਨ ਹੋਇਆ, ਮਸਲ ਮਾਸ ਗੇਨ ਹੋਇਆ। ਕਿਉਂ? ਉਹਦੇ ਨਾਲ ਬਰਨ ਦੀ ਫੈਟ ਹੋਈ। ਉਹ ਕੀ ਕਰਦੇ ਸੀਗੇ? ਉਹ 6 12 ਹਫ਼ਤੇ ਲਗਾਤਾਰ ਚਲਾਉਂਦੇ ਸੀਗੇ, ਭਾਵੇਂ ਆਫ ਸੀਜ਼ਨ 'ਚ ਆ, ਭਾਵੇਂ ਔਨ ਸੀਜ਼ਨ 'ਚ ਆ। ਹੁਣ ਜਦ ਤੁਹਾਡੇ ਮਸਲ ਦਾ ਵੋਲੀਅਮ ਵੱਧਦਾ ਆ, ਜਦ ਤੁਹਾਡੇ ਮਸਲ ਦੀ ਇੰਟੈਂਸਿਟੀ ਵੱਧਦੀ ਆ, ਜਦ ਤੁਹਾਡੇ ਮਸਲ 'ਚ ਲੋਡ ਪੈਂਦਾ ਆ, ਉਦੋਂ ਤੁਹਾਡੀ ਬੋਡੀ ਇੱਕ ਨਾਰਮਲ ਟ੍ਰੇਨਿੰਗ ਤੋਂ ਅਪ ਲੈਵਲ ਤੇ ਜਾਂਦੀ ਆ। ਜਿੰਨੀਆਂ ਮਰਜ਼ੀਆਂ ਤੁਸੀਂ ਟ੍ਰੇਨਿੰਗ ਦੇਖ ਲਓ, ਉਹਨਾਂ ਤੇ ਇੰਨੀ ਸਟੱਡੀ ਨਹੀਂ ਕੀਤੀ ਗਈ ਜਿੰਨੀ GVT ਜਰਮਨ ਵੋਲਿਊਮ ਟ੍ਰੇਨਿੰਗ ਤੇ ਸਟੱਡੀ ਕੀਤੀ ਗਈ ਆ। ਜਰਮਨ ਵੋਲਿਊਮ ਟ੍ਰੇਨਿੰਗ ਇੱਦਾਂ ਦੀ ਟ੍ਰੇਨਿੰਗ ਆ, ਕਮ ਸੇ ਕਮ ਤੁਸੀਂ 2 ਤੋਂ 4 ਹਫ਼ਤੇ ਲਗਾਉਣੀ ਆ। 10 ਮਲਟੀਪਲਾਈ 10 ਤੁਸੀਂ ਵੋਲੀਅਮ ਚੱਕਣਾ ਆ। ਬਾਕੀ ਐਕਸਰਸਾਈਜ਼ ਕੀ ਹੁੰਦਾ ਹੈ ਕਿ ਤੁਸੀਂ ਇੱਕ ਜਗ੍ਹਾ ਤੇ ਬੋਡੀ ਪਲੇਟੋ ਚੱਲ ਗਈ ਜਾਂ ਤੁਸੀਂ ਬੋਡੀ ਤੁਹਾਡੀ ਅਡਾਪਟ ਕਰ ਗਈ। ਹੁਣ ਜੇ ਤੁਹਾਡੀ ਬੋਡੀ ਉਹ ਐਕਸਰਸਾਈਜ਼ ਨੂੰ ਅਡਾਪਟ ਕਰ ਗਈ, ਨਹੀਂ ਰਿਜ਼ਲਟ ਆਇਆ, ਜੇ ਇਹ ਵੀ ਐਕਸਰਸਾਈਜ਼ ਤੁਸੀਂ ਲਾਓਗੇ, ਇਹ ਇੰਨਾ ਕੁ ਲੋਡ, ਦੁਬਾਰਾ ਲੋਡ ਨੂੰ ਮੈਂ ਤਾਂ ਕਹਿੰਦਾ ਮੈਂ ਕਿ ਤੁਹਾਨੂੰ ਸਮਝ ਆਊਗਾ ਕਿ ਕੀ ਕਰਨਾ ਆ। ਜਦੋਂ ਪ੍ਰੋਪਰ ਲੋਡ ਆਪਣੇ ਮਸਲ ਤੇ ਇੰਨਾ ਪੈ ਗਿਆ ਕਿ ਮਸਲ ਨੂੰ ਹੋਰ ਕੋਈ ਚਾਰਾ ਹੀ ਨਹੀਂ ਰਿਹਾ ਪੰਪ ਹੋਣ ਨੂੰ, ਜਾਂ ਮਸਲ ਨੂੰ ਕੋਈ ਚਾਰਾ ਹੀ ਨਹੀਂ ਰਿਹਾ ਬਿਲਟ ਹੋਣ ਵਾਸਤੇ, ਆਟੋਮੈਟਿਕ ਉਹ ਹੋਣੀ ਆ। ਹੁਣ ਤੁਹਾਨੂੰ ਕਰਕੇ ਦਿਖਾਉਂਦੇ ਆ ਕਿ ਜਰਮਨ ਵੋਲਿਊਮ ਟ੍ਰੇਨਿੰਗ ਇਹ ਕੀਤੀ ਕਿੱਦਾਂ ਜਾਂਦੀ ਆ ਤੇ ਇਹ ਹੁੰਦਾ ਕੀ ਆ। ਇਹਦੇ ਵਿੱਚ ਇੱਕ ਤੋਂ ਜਿੱਦਾਂ ਮਸਲ, ਜਿੱਦਾਂ ਮੰਨ ਲਓ ਮੇਰਾ ਥਾਈ ਆ, ਫਰੰਟ ਤੇ ਬੈਕ ਟਾਰਗੇਟ ਹੋਊਗਾ। ਇਹ ਨਹੀਂ ਤੁਸੀਂ ਸਕੈਟ ਲਾਈਏ 10x10 ਤੁਸੀਂ ਲੈਗ ਪ੍ਰੈਸ ਤੇ ਚਲੇ ਗਏ, ਉਹ ਜਰਮਨ ਵੋਲਿਊਮ ਟ੍ਰੇਨਿੰਗ ਨਹੀਂ ਆ, ਉਹ ਤੁਹਾਡੀ ਨਾਰਮਲ ਟ੍ਰੇਨਿੰਗ 'ਚ ਆ ਗਈ ਜੋ ਤੁਸੀਂ ਪਹਿਲਾਂ ਹੀ ਕਰਦੇ ਹੋ। ਇਹਦੇ ਵਿੱਚ ਇੱਕ ਮਸਲ ਦੀ 2 ਐਕਸਰਸਾਈਜ਼ ਕੀਤੀਆਂ ਜਾਂਦੀਆਂ, ਜਿੱਦਾਂ ਇੱਕ ਮੈਂ ਬਾਈਸੈਪ ਲਗਾ ਲਿਆ, ਫਿਰ ਮੈਂ ਹੈਮਰ ਲਾ ਲੂੰਗਾ 10 × 10
ਹੁਣ ਇੰਨੇ ਰੈਪੀਟੇਸ਼ਨ ਦੂਜੀ ਐਕਸਰਸਾਈਜ਼ ਤੁਸੀਂ 3-3 ਸੈੱਟ ਲੈਂਦੇ ਹੋ ਤਾਂ 100 ਰੈਪ ਲਾ ਜਾਂਦੇ ਹੋ, ਇਹਦੇ ਕਮ ਸੇ ਕਮ ਤੁਹਾਨੂੰ 200 ਰੈਪ ਲਾਉਣਾ ਪੈਂਦਾ ਵਾ, ਉਹ ਵੀ ਇੱਕੋ ਵੇਟ ਦੇ ਵਿੱਚ, ਕੋਈ ਲਾਈਟ ਟੂ ਹੈਵੀ ਨਹੀਂ। ਮਸਲ ਇੰਨਾ ਫਟੀਕ ਚੱਲ ਜਾਂਦਾ ਨਾ ਕਿ ਰਿਜ਼ਲਟ ਤੁਹਾਨੂੰ ਆਉਂਦਾ ਹੀ ਆਉਂਦਾ ਆ। ਹੁਣ ਤੁਹਾਨੂੰ ਆਪਾਂ ਦਿਖਾਉਂਦੇ ਆ ਕਿ ਜਰਮਨ ਵੋਲਿਊਮ ਟ੍ਰੇਨਿੰਗ ਕਿੱਦਾਂ ਕੀਤੀ ਜਾਂਦੀ ਆ। ਹੁਣ ਆਪਾਂ ਚੱਲਦੇ ਹਾਂ ਉੱਪਰ, ਚਲੋ ਦੇਖੋ ਅਸੀਂ ਆ ਗਏ ਉੱਪਰ। ਤੁਹਾਨੂੰ ਦੱਸਣ ਵਾਸਤੇ ਸ਼ਰਟ ਮੈਂ ਜ਼ਰੂਰ ਚੇਂਜ ਕਰ ਲਈ, ਕਿਉਂਕਿ ਜਿੱਦਾਂ ਮੈਂ ਹਮੇਸ਼ਾ ਦੱਸਦਾ ਕਿ ਮੈਂ ਟ੍ਰੇਨਿੰਗ ਕਰਕੇ ਹੀ, ਪਸੀਨਾ ਕਰਕੇ ਹੀ ਮੈਂ ਕਰਦਾ। ਮੈਂ ਕੋਈ ਮੇਕਅਪ ਲਾ ਕੇ, ਆਪਣੇ ਬਾਲ ਸੈੱਟ ਕਰਕੇ, ਆਪਣੇ ਡੋਲੇ ਪੰਪ ਕਰਕੇ ਨਹੀਂ ਕਰਦੇ। ਆਪਾਂ ਪਸੀਨਾ ਆਉਂਦਾ ਆਪਾਂ ਡਾਇਰੈਕਟ ਬਣਾਉਂਦੇ ਆ। ਹੁਣ ਤੁਹਾਨੂੰ ਦਿਖਾਉਂਦੇ ਆ ਜਰਮਨ ਵੋਲਿਊਮ ਟ੍ਰੇਨਿੰਗ ਦਾ ਕਿੱਦਾਂ ਹੁੰਦਾ। ਜਿੱਦਾਂ ਦੇਖੋ ਚੈਸਟ ਹੈ, ਠੀਕ ਆ। ਆਸ਼ੂ ਸੇ ਹੈਲੋ ਟੂ ਮਾਈ ਵਿਊਅਰਸ। ਇਹ ਹੁਣ ਆਸ਼ੂ ਹੈ, ਠੀਕ ਹੈ। ਇਹ ਤੁਹਾਨੂੰ ਲਾ ਕੇ ਦਿਖਾਊਗਾ ਕਿੱਦਾਂ ਜਰਮਨ ਵੋਲਿਊਮ ਟ੍ਰੇਨਿੰਗ ਹੁੰਦੀ ਆ। ਆਪਣਾ ਵੋਲਿਊਮ ਕਿੱਦਾਂ ਇੰਕਰੀਜ਼ ਕਰ ਸਕਦੇ। ਜਿੱਦਾਂ ਸਪੋਜ਼ ਕਰੋ ਇਹ 10 ਕਿਲੋ ਆ, ਹੁਣ ਜਿੱਦਾਂ ਆਸ਼ੂ ਸਪੋਜ਼ ਕਰੋ ਇਹ ਲਾਂਦਾ ਪਿਆ 60 ਕਿਲੋ ਜਾਂ 40 ਕਿਲੋ, ਇਹਨੇ ਆਪਣੀ 70% ਪਾਵਰ ਚੱਕਣੀ ਆ। ਉਹਦੇ 10 into 10 ਰੈਪ ਲੱਗੇ ਜਾਣਗੇ। ਇਹ ਨਹੀਂ ਹੋਣਾ ਕਿ ਤੁਸੀਂ ਲਾਈ ਜਾਂਦੇ ਇਦਾਂ ਨਹੀਂ। ਆ ਦੇਖੋ ਅਸੀਂ ਲੱਗ ਦਿਖਾ, ਦੇਖੋ ਪਹਿਲੀ ਗੱਲ ਤੇ ਤੁਹਾਡੀ ਪੋਜੀਸ਼ਨਿੰਗ, ਕਿ ਤੁਸੀਂ ਫੜਦੇ ਕਿੱਦਾਂ ਪਏ ਆ, ਪੋਜੀਸ਼ਨਿੰਗ ਹੈਗੀ ਆ। ਤੇ ਤੁਸੀਂ ਟੱਚ ਕਿੱਥੇ ਕਰਨਾ ਹੈ, ਠੀਕ ਆ। ਤੁਸੀਂ ਟੱਚ ਕਿੱਦਾਂ ਕਰਨਾ, ਆ ਤੁਹਾਡੀ ਮਿਡਲ ਚੈਸਟ ਏਰੀਆ ਵਾ। ਥੋੜਾ ਅੱਗੇ ਆ ਕੇ ਦਿਖਾਓ, ਆ ਮਿਡਲ ਚੈਸਟ ਏਰੀਆ ਤੇ ਟੱਚ ਕਰਨਾ ਹੁੰਦਾ ਤੁਸੀਂ। ਚਲੋ ਸ਼ੁਰੂ ਕਰੋ। 1 यस, ऑक्सीजन यस, 2 ठीक है। ਹੁਣ ਰੱਖ ਦੋ ਰੈਪ 10 ਸੈੱਟ ਇੱਕੋ weight ਦੇ। ਇੱਕ ਗੱਲ ਦੁਬਾਰਾ ਮੈਂ ਦੱਸਣ ਲੱਗਾ, ਜਦੋਂ ਤੁਹਾਡੇ ਮਸਲ ਦੀ ਵੋਲਿਊਮ ਜ਼ਿਆਦਾ ਵਧਣਾ, ਜਦੋਂ ਤੁਹਾਡੇ ਮਸਲ ਦਾ ਇੰਟੈਂਸਿਟੀ ਜ਼ਿਆਦਾ ਵਧਣੀ ਆ, ਉਦੋਂ ਤੁਹਾਡੇ ਮਸਲ ਦੇ ਜਿਹੜੇ ਅਨਐਕਟਿਵ ਫਾਈਬਰ ਆ ਉਹ ਫਾਈਬਰ ਐਕਟਿਵ ਹੋਣੇ ਹੀ ਆ। ਹੁਣ ਤੁਸੀਂ ਇਹ ਲਾ ਲਈ, 2 ਮਸਲ ਚੈਸਟ ਦੇ ਹਿੱਟ ਹੋਣਗੇ। ਪਹਿਲਾਂ ਤੁਸੀਂ ਇਹ ਲਾ ਲਿਆ 10 into 10, ਠੀਕ ਆ। ਜਿੱਦਾਂ ਅਸੀਂ ਤੁਹਾਨੂੰ ਬੈਂਚ ਪ੍ਰੈਸ ਲਾ ਕੇ ਦਿਖਾਈ GVT ਚ, ਮਤਲਬ ਜਰਮਨ ਵੋਲਿਊਮ ਟ੍ਰੇਨਿੰਗ। ਉੱਦੀ ਅਸੀਂ ਕੇਬਲ ਦੀ ਐਕਸਰਸਾਈਜ਼ ਦਿਖਾਉਣ ਲੱਗੇ ਆ, ਜਿੰਨਾ ਕਈ ਵਾਰ ਜਿੰਮਾਂ 'ਚ ਨਾ ਫਲਾਈ ਨਹੀਂ ਹੁੰਦੀ ਕਿਸੇ ਤੋਂ, ਮਤਲਬ ਕਿ ਫਲਾਈ ਨਹੀਂ ਲਾ ਸਕਦੇ ਜਾਂ ਕੋਈ ਮਸ਼ੀਨ ਨਹੀਂ ਹੁੰਦੀ, ਉਹਨਾਂ ਨੂੰ ਹੁੰਦਾ ਕਿ ਯਾਰ ਮਸ਼ੀਨ ਹੈ ਨਹੀਂ। ਆਪਾਂ ਕੇਬਲ ਕ੍ਰੋਸ ਦੀ ਮਸ਼ੀਨ 'ਚ ਫਲਾਈ ਦਾ ਕੰਮ ਲੈ ਸਕਦੇ। ਕਿੱਦਾਂ ਦੇਖੋ, ਸਿੱਧਾ ਤੁਸੀਂ ਕਰ ਲਿਆ, ਇਧਰੋਂ ਕਰ ਲਿਆ। ਹੁਣ ਤੁਸੀਂ ਪੋਜੀਸ਼ਨ ਦੇਖਿਓ ਕਰ ਕੀ ਰਿਹਾ। ਆ ਦੇਖੋ, ਦੇਖੋ ਆਨੇ ਸਕਵੀਜ਼ ਕੀਤਾ, ਜੋ ਨੇ ਪੂਰਾ ਆ ਕਰ ਦਿੱਤਾ ਨਾ, ਆਦੇ ਇਹਦੀ ਜਿਹੜੀ ਲਾਈਨ ਆ ਇਹ ਵੀ ਬਰਨ ਹੋਣੀ ਆ। ਮਤਲਬ ਤੁਸੀਂ ਹੋਲਡ ਕਰਨਾ, ਹੋਲਡ ਕਰਕੇ ਰੱਖ ਕੇ ਫਿਰ ਤੁਸੀਂ ਸਟ੍ਰੈਚ, ਪੂਰਾ ਸਟ੍ਰੈਚ। ਆ ਦੇਖੋ ਇਧਰੋਂ ਸਟ੍ਰੈਚ, ਤੁਹਾਡੀ ਫਲਾਈ ਦਾ ਕੰਮ ਹੋ ਗਿਆ। ਚਲੋ ਫੇਰ ਲਾਓ। ਹੁਣ ਇੱਕ ਸੈਟ 10 ਰੈਪ ਲਾ ਕੇ ਦਿਖਾਓ। ਯਸ ਕੋ ਸਪੀਡ ਦੇਖੋ ਉਹਦੀ, ਸਪੀਡ ਸਟਾਪ, ਸਪੀਡ ਸਟਾਪ, ਯਸ ਸਪੀਡ ਸਟਾਪ। ਮਤਲਬ ਜਿੱਦਾਂ ਤੁਸੀਂ ਉਹ ਲਾਇਆ ਵਾ ਕੰਟਰੈਕਸ਼ਨ ਕਰਨਾ, ਸਕੁਈਜ਼ਿੰਗ ਕਰਨੀ, ਉਦਾਂ ਹੀ ਇਹਦੀ ਕਰਨੀ ਆ। ਜਰਮਨ ਵੋਲਿਊਮ ਟ੍ਰੇਨਿੰਗ ਇੱਕ ਐਦਾਂ ਦੀ ਟ੍ਰੇਨਿੰਗ ਆ ਜਿਹਦੇ ਵਿੱਚ ਕੋਈ ਸਪੈਸ਼ਲ ਵੈਰਾਈਟੀ ਨਹੀਂ ਹੁੰਦੀ। ਉਹਦੇ ਵਿੱਚ ਤੁਸੀਂ ਸਿਰਫ 2 ਐਕਸਰਸਾਈਜ਼ਾਂ ਨੂੰ ਐਡ ਕਰਦੇ ਹੋ। 2 ਐਕਸਰਸਾਈਜ਼ ਦਾ ਕੋਈ ਵੀ ਹੋ ਸਕਦੀਆਂ। ਜਿੱਦਾਂ ਤੁਸੀਂ ਜੇ ਕਿਸੇ ਨੇ ਇੰਕਲਾਈਨ ਲਾਣੀ ਹੈ, ਇੰਕਲਾਈਨ ਦੇ ਨਾਲ ਉਹ ਬੈਂਚ ਪ੍ਰੈਸ ਲਾ ਸਕਦਾ, ਠੀਕ ਹੈ। ਮਤਲਬ ਇਹ ਚੀਜ਼ਾਂ ਹੁੰਦੀਆਂ ਆ। ਇਹਦੇ ਵਿੱਚ ਮੈਂ ਦੁਬਾਰਾ ਦੱਸਦਾ, ਮਸਲ ਫਾਈਬਰ ਇੰਨੇ ਕੁ ਐਕਟਿਵ ਹੋ ਜਾਂਦੇ ਆ ਜਿਹਦੇ ਕਰਕੇ ਆਪਣੇ ਮਸਲ ਗਰੋ ਕਰਨ ਤੋਂ ਇਲਾਵਾ ਕੋਈ ਚਾਂਸ ਰਹਿੰਦਾ ਹੀ ਨਹੀਂ। ਇਸ ਕਰਕੇ ਜਿਹਦੀ ਬੋਡੀ ਪਲੇਟੋ 'ਚ ਗਈ ਆ, ਜਾਂ ਜਿਹੜੀ ਬੋਡੀ ਨੌਨ ਰਿਜ਼ਲਟ 'ਚ ਗਈ ਆ, ਜਾਂ ਜਿਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਦਾਂ ਅਸੀਂ ਆਪਣੇ ਮਸਲ ਨੂੰ ਬਰਨ ਕਰੀਏ ਜਾਂ ਮਸਲ ਨੂੰ ਗੇਨ ਕਰੀਏ ਜਾਂ ਫੈਟ ਬਰਨ ਕਰੀਏ, ਉਹ ਇਹ ਟ੍ਰੇਨਿੰਗ ਲਾਵੇ। 2 ਤੋਂ 6 ਹਫ਼ਤੇ ਕੰਟੀਨਿਊ ਰੱਖੋ, ਦੇਖਿਓ ਰਿਜ਼ਲਟ ਆਉਂਦਾ। ਇਹਨੂੰ ਕਹਿੰਦੇ ਆ ਜਰਮਨ ਵੋਲਿਊਮ ਟ੍ਰੇਨਿੰਗ। ਚਲੋ ਮਿਲਦੇ ਹਾਂ ਅਗਲੀ ਵੀਡੀਓ 'ਚ।